ਮਸਲਾ ਪੰਜਾਬ ਦੇ ਵਾਤਾਵਰਨ ਨੂੰ, ਪੰਜਾਬ ਦੀ ਜ਼ਮੀਨ ਨੂੰ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਫਸਲੀ ਵਿਭਿੰਨਤਾ ਨੂੰ, ਸਾਰੇ ਸਵਾਲਾਂ ਨੂੰ ਦੇਖਣ ਵਾਲਾ ਹੈਗਾ। ਮਸਲਾ ਹੈਗਾ ਬਦਲਵੇਂ ਖੇਤੀ ਮਾਡਲ ਦਾ। ਬਦਲਵਾਂ ਖੇਤੀ ਮਾਡਲ ਕੀ ਹੋ ਕਿ ਸਰਕਾਰ ਨੂੰ ਝੋਨੇ ਹੇਠੋਂ ਰਕਬਾ ਘਟਾਉਣਾ ਚਾਹੀਦਾ। ਸਿੱਧੀ ਬਜਾਈ ਵੀ ਕੋਈ ਹੱਲ ਨਹੀਂ, ਪਾਣੀ ਤਾਂ ਉਹਨੇ ਉਨਾ ਹੀ ਲੈਣਾ। ਸਿਰਫ ਇਹ ਹੈ ਕਿ ਪਾਣੀ ਥੱਲੇ ਸਿਮ ਜੂਗਾ, ਕੱਦੂ ਵਾਲੀ 'ਚ ਲੈਂਟਰ ਬਣ ਜਾਂਦਾ, ਇੱਕ ਕਿਸਮ ਨਾਲ ਪਾਣੀ ਥੱਲੇ ਜਾਂਦਾ ਨਹੀਂ, ਇਹਦੇ 'ਚ ਪਾਣੀ ਥੱਲੇ ਸਿਮ। ਇਸ ਨਾਲ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਨਹੀਂ। ਝੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ਹੈ। ਝੋਨਾ ਹਰੇ ਇਨਕਲਾਬ ਦੀ ਜਿਹੜੀ ਮੰਡੀ ਲਈ ਪੈਦਾਵਾਰ ਕਰਨ ਦਾ ਜਿਹੜਾ ਸਾਰਾ ਮਾਡਲ ਆਇਆ, ਵਿਕਾਸ ਦਾ ਮਾਡਲ ਆਇਆ, ਜਿਹਦੇ 'ਚ ਵੱਧ ਰਸਾਇਣਾਂ ਦੀ ਵਰਤੋਂ ਸੀ, ਵੱਧ ਪਾਣੀ ਦੀ ਵਰਤੋਂ 'ਤੇ ਟਿਕਿਆ ਹੋਇਆ ਸੀ, ਉਹਦਾ ਇਹ ਜਿਹੜਾ ਸਿੱਟਾ ਆਇਆ ਹੁਣ ਪੰਜਾਬ ਤੋਂ। ਜੇ ਸ਼ਡਿਊਲ ਦਾ ਵੀ ਦੇਖ ਲਈਏ ਤਾਂ ਤਰਕਸੰਗਤ ਬਿਲਕੁਲ ਨਹੀਂ ਹੈਗਾ। ਹੁਣ ਮੁਕਤਸਰ ਦੇ ਵਿੱਚ ਇਲਾਕੇ 'ਚ ਸੇਮ ਆ, ਉਹ ਪਿੱਛੇ ਪਾਤਾ, ਉੱਥੇ ਤਾਂ ਚਾਹੇ ਝੋਨਾ ਹੁੰਦਾ, ਉੱਥੇ ਤਾਂ ਕੋਈ ਰੌਲਾ ਹੀ ਨਹੀਂ। ਤਾਂ ਜਿਸ ਬੰਦੇ ਨੇ ਵੀ ਇਹ ਬਣਾਇਆ ਆ, ਡਾਰਕ ਜ਼ੋਨ ਨੇ ਉਹ ਪਹਿਲਾਂ ਪਾਤੇ, ਜਿਸ ਬੰਦੇ ਨੇ ਵੀ ਬਣਾਇਆ ਉਹ ਸਾਫ਼ ਹੈ ਕਿ ਉਹ ਪੰਜਾਬ ਦਾ। ਔਰ ਅਕਸਰ ਇਹ ਕਿਹਾ ਜਾ ਰਿਹਾ ਕਿ ਅੱਜ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਇਹ ਅਫਸਰਸ਼ਾਹੀ ਚਲਾ ਰਹੀ ਹੈ ਔਰ ਇਸ ਨੂੰ ਡਾਇਰੈਕਸ਼ਨ ਕੇਜਰੀਵਾਲ ਦੇ ਰਿਹਾ ਆ। ਪੰਜਾਬ ਦੀ ਜਿਹੜੀ ਇਹ ਕੈਬਨਿਟ ਹੈ ਉਹ ਉਸ ਹਿਸਾਬ ਨਾਲ ਉਹਦੀ ਪੁਸ਼ ਪ੍ਰਤੀਤ ਹੈ ਜਿਹੜੀ ਉਹ ਨਹੀਂ ਹੈਗੀ, ਐਮਐਲਏ ਉਸ ਹਿਸਾਬ ਨਾਲ ਪੁਸ਼ ਪ੍ਰਤੀਤ ਨਹੀਂ ਹੈਗੀ। ਵਾਕਈ ਪੰਜਾਬ ਸਰਕਾਰ ਗੰਭੀਰ ਹੈ ਤਾਂ ਪੰਜਾਬ ਸਰਕਾਰ ਜੇ ਫਸਲੀ ਵਿਭਿੰਨਤਾ ਤੇ ਇਸ ਦੇ ਉੱਪਰ ਕੰਮ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਜਥੇਬੰਦੀਆਂ ਨਾਲ ਤੇ ਖੇਤੀ ਮਾਹਿਰਾਂ ਨਾਲ ਬੈਠ ਕੇ ਇਕਜੁੱਟ ਨੀਤੀ ਲਿਆਉਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ। ਤੁਸੀਂ ਵੇਖ ਰਹੇ ਹੋ ਮੌਸਾ ਟੀਵੀ। ਮੈਂ ਹਾਂ ਕਵਰ ਸਿੰਘ ਬੇਦੀ। ਸਰਕਾਰ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਜਾਰੀ ਕੀਤੇ ਸ਼ਡਿਊਲ ਨੂੰ ਭਾਵੇਂ ਕਿਸਾਨ ਜਥੇਬੰਦੀਆਂ ਰੱਦ ਕਰ ਚੁੱਕੀਆਂ, ਪਰੰਤੂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੋ ਫਾੜ ਵੀ ਨਜ਼ਰ ਆ ਰਹੀਆਂ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਵੱਲੋਂ ਰਿਸਕ ਮੁਆਵਜ਼ਾ ਜਿਹੜਾ ਹੈ ਮੰਗਿਆ ਗਿਆ। तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਚੰਗੀ ਭੂਮਿਕਾ ਨਿਭਾਉਣ ਵਾਲੇ ਰਮਨਜੀਤ ਸਿੰਘ ਨੇ, ਜਿਨ੍ਹਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਹੁਣ ਕਿਸਾਨ ਜਥੇਬੰਦੀਆਂ ਸਰਕਾਰ ਵੱਲੋਂ ਜਾਰੀ ਸ਼ਡਿਊਲ ਨੂੰ ਲੈ ਕੇ ਦੋ ਫਾੜ ਕਿਉਂ ਨੇ। ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਰਮਿੰਦਰ ਸਿੰਘ ਪਟਿਆਲਾ ਦੇ ਤੌਰ ਤੇ। ਰਮਿੰਦਰ ਸਿੰਘ ਜੀ, ਕਿਸ ਤਰ੍ਹਾਂ ਵੇਖਦੇ ਹੋ ਇਸ, ਜਿਸ ਤਰ੍ਹਾਂ ਲੱਗਦਾ ਕਿ ਹੁਣ ਕਿਸਾਨ ਜਥੇਬੰਦੀਆਂ ਦੋ ਫਾੜ ਨੇ, ਕਿਉਂਕਿ ਸਰਕਾਰ ਨੇ ਸ਼ਡਿਊਲ ਜਾਰੀ ਕੀਤਾ ਹੈ। ਇੱਕ ਪਾਸੇ ਤਾਂ 16 ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਕਿ ਅਸੀਂ ਇਸ ਨੂੰ ਮੁੱਢੋਂ ਰੱਦ ਕਰਦੇ ਹਾਂ, ਤੇ ਦੂਜੇ ਪਾਸੇ ਜਿਹੜੀ ਉਗਰਾਹਾਂ ਜਥੇਬੰਦੀ ਹੈ ਉਹਦੇ ਵੱਲੋਂ ਰਿਸਕ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਦੇਖੋ, ਮੈਂ ਇਸ ਨੂੰ ਦੋ ਫਾੜ ਹੋਣਾ ਤਾਂ ਨਹੀਂ ਕਹਿੰਦਾ ਕਿ ਦੋ ਫਾੜ ਨੇ। ਇੱਕ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ, ਇੱਕ ਸਿਚੁਏਸ਼ਨ ਦੇ ਵਿੱਚ ਸਰਕਾਰ ਫਸਲੀ ਵਿਭਿੰਨਤਾ ਦਾ ਜਿਹੜਾ ਨੀਤੀ ਹੈ ਉਹਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੀ ਹੈ। ਹੁਣ ਇਸ ਨੀਤੀ ਦੇ ਉੱਪਰ ਜੋ ਸਰਕਾਰ ਦੀ ਪਹੁੰਚ ਹੈ ਉਹਦੇ ਤੇ ਵੱਖ-ਵੱਖ ਸਮਝਾਂ ਨੇ। 16 ਦੇ ਗਰੁੱਪ ਦੀ ਇੱਕ ਸਮਝ ਹੈ, ਦਰਸ਼ਨਪਾਲ ਹੋਣੀ ਹੋਰ ਸਮਝ ਦੇ ਉੱਪਰ ਨੇ, ਉਗਰਾਹਾਂ ਸਾਹਿਬ ਹੋਰ ਸਮਝਦੇ ਨੇ। ਲਗਭਗ ਸਾਡੀ ਤੇ ਦਰਸ਼ਨਪਾਲ ਹੋਣ ਵਾਲੇ ਗਰੁੱਪ ਵਾਲੀ ਸਮਝ ਨੇੜੇ ਤੇੜੇ ਹੈਗੀ ਹੈ 16 ਵਾਲੇ ਗਰੁੱਪ ਦੀ। ਇਸ ਕਰਕੇ ਮੈਂ ਇਸ ਨੂੰ ਇਹ ਨਹੀਂ ਕਹਿੰਦਾ ਵੀ ਇਹ ਦੋ ਫਾੜ ਹੈ। ਸਾਡਾ ਨੁਕਤਾ ਬਹੁਤ ਸਪਸ਼ਟ ਹੈ ਕਿ ਪੰਜਾਬ ਸਰਕਾਰ ਜਿਹੜਾ ਟੋਟਲ ਦੇ ਵਿੱਚ ਇਹ ਸਾਰਾ ਮਾਮਲਾ ਹੈ ਟੁਕੜਿਆਂ 'ਚ ਕਰ ਰਹੀ ਹੈ। ਸਿੱਧੀ ਬਿਜਾਈ ਦਾ ਸਵਾਲ ਆ ਗਿਆ, ਝੋਨੇ ਦਾ ਸ਼ਡਿਊਲ ਜਾਰੀ ਕਰਨ ਦਾ ਸਵਾਲ ਆ ਗਿਆ। ਮਸਲਾ ਪੰਜਾਬ ਦੇ ਵਾਤਾਵਰਨ ਨੂੰ, ਪੰਜਾਬ ਦੀ ਜ਼ਮੀਨ ਨੂੰ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਫਸਲੀ ਵਿਭਿੰਨਤਾ ਨੂੰ, ਇਹ ਸਾਰੇ ਸਵਾਲਾਂ ਨੂੰ ਦੇਖਣ ਵਾਲਾ ਹੈਗਾ ਆ। ਮਸਲਾ ਹੈਗਾ ਬਦਲਵੇਂ ਖੇਤੀ ਮਾਡਲ ਦਾ। ਬਦਲਵਾਂ ਖੇਤੀ ਮਾਡਲ ਕੀ ਹੋਵੇ, ਕਿਸ ਤਰ੍ਹਾਂ ਫਸਲੀ ਵਿਭਿੰਨਤਾ ਹੋਵੇ, ਇਹ ਸਵਾਲ ਮਹੱਤਵਪੂਰਨ ਹੈ। ਇਸ ਕਰਕੇ ਇਸ ਦੇ ਉੱਪਰ ਸਾਡੀ ਸਮਝਦਾਰੀ ਬਹੁਤ ਸਪਸ਼ਟ ਹੈ ਕਿ ਸਰਕਾਰ ਨੂੰ ਝੋਨੇ ਹੇਠੋਂ ਰਕਬਾ ਘਟਾਉਣਾ ਚਾਹੀਦਾ। ਸਿੱਧੀ ਬਜਾਈ ਵੀ ਕੋਈ ਹੱਲ ਨਹੀਂ, ਪਾਣੀ ਤਾਂ ਉਹਨੇ ਉਨਾ ਹੀ ਲੈਣਾ। ਸਿਰਫ ਇਹ ਹੈ ਕਿ ਪਾਣੀ ਥੱਲੇ ਸਿਮ ਜੂਗਾ, ਕੱਦੂ ਵਾਲੀ 'ਚ ਲੈਂਟਰ ਬਣ ਜਾਂਦਾ, ਇੱਕ ਕਿਸਮ ਨਾਲ ਪਾਣੀ ਥੱਲੇ ਜਾਂਦਾ ਨਹੀਂ, ਇਹਦੇ 'ਚ ਪਾਣੀ ਥੱਲੇ ਸਿਮ ਜੂ। ਇਸ ਨਾਲ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਨਹੀਂ ਹੋਣਾ। ਤਾਂ ਇੱਕ ਪੂਰੀ ਓਵਰਆਲ ਕੰਪੈਕਟ, ਜਿਹਨੂੰ ਕਹਿੰਦੇ ਇਕਜੁੱਟ ਪਾਲਿਸੀ ਦਾ ਸਵਾਲ ਹੈ, ਚਾਹੇ ਉਹ ਨਹਿਰੀ ਪਾਣੀ ਦਾ ਸਵਾਲ ਹੋਵੇ, ਚਾਹੇ ਦਰਿਆਵਾਂ 'ਚ ਜਿਹੜਾ ਪਾਣੀ ਗਿਰ ਰਿਹਾ ਉਹਨੂੰ ਪ੍ਰਦੂਸ਼ਣ ਜਿਹੜਾ ਜ਼ਹਿਰੀਲਾ ਤੱਤ ਹੈ ਉਹਦੇ 'ਚ ਉਹ ਕਿਵੇਂ ਪਾਸੇ ਕੀਤੇ ਜਾਣ, ਨਹਿਰੀ ਵਿਵਸਥਾ ਦੇ ਵਿਸਥਾਰ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਕੇ ਉੱਪਰ ਕਿਵੇਂ ਲੈ ਕੇ ਆਂਦਾ ਜਾਵੇ, ਝੋਨੇ ਹੇਠੋਂ ਰਕਬਾ ਕਿਵੇਂ ਕੱਢਿਆ ਜਾਵੇ, ਬਦਲਮੀਆਂ ਫਸਲਾਂ ਦਾ ਜਿਹਦੇ 'ਚ ਦਾਲਾਂ ਨੇ, ਸਪੈਸ਼ਲੀ ਮੂੰਗੀ, ਮੱਕੀ ਔਰ ਤੇਲ ਬੀਜ, ਜਿਹੜੇ ਇਹ ਬਦਲਮੀਆਂ ਫਸਲਾਂ ਜਿਨ੍ਹਾਂ ਦਾ ਲਾਹੇਵੰਦਾ ਭਾਅ ਹੋਵੇ, MSP ਹੋਵੇ ਅਤੇ ਉਹਦੀ ਸਰਕਾਰੀ ਖਰੀਦ ਦੀ ਗਰੰਟੀ ਹੋਵੇ, ਇਹ ਸਾਰੇ ਇਕੱਠੇ ਕਰਨ ਦੀ ਜ਼ਰੂਰਤ ਹੈ।
ਟੁੱਟਵਿਆਂ ਦੇ ਵਿੱਚ ਫਾਇਦਾ ਨਹੀਂ ਹੋਊਗਾ, ਨੁਕਸਾਨ ਹੋਊਗਾ, ਕਿਸਾਨੀ ਨੂੰ ਵੀ ਹੋਊਗਾ, ਵਾਤਾਵਰਨ ਨੂੰ ਵੀ ਹੋਊਗਾ, ਸਰਕਾਰ ਨੂੰ ਤਾਂ ਹੋਣਾ ਹੀ ਹੋਣਾ। ਰਮਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਝੋਨੇ ਦੇ ਰਕਬੇ ਨੂੰ ਲੈ ਕੇ, ਸਰਕਾਰ ਕਹਿੰਦੀ ਹੈ ਜਿਹੜਾ ਅਸੀਂ ਸ਼ਡਿਊਲ ਬਣਾਇਆ ਉਹ ਸ਼ਡਿਊਲ ਇਸ ਕਰਕੇ ਬਣਾਇਆ ਕਿ ਕਿਤੇ ਨਾ ਕਿਤੇ ਜਿਹੜੀ ਆ ਪਾਣੀ ਜਿਹੜਾ ਹੈ ਉਹਨੂੰ ਸਾਂਭ ਕੇ ਰੱਖਿਆ ਜਾ ਸਕੇ, ਕਿਉਂਕਿ ਪਾਣੀ ਦੀ ਜਿਹੜੀ ਹੈ ਸਮੱਸਿਆ ਬੜੀ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਬਣੀ ਹੋਈ ਹੈ। ਤੇ ਜਿਹੜੀਆਂ ਕਿਸਾਨੀ ਦੀਆਂ ਜੋ ਫਸਲਾਂ ਨੇ ਜਿਹੜੀਆਂ ਸਾਲ ਦੇ ਵਿੱਚ ਜਿਹੜੀਆਂ ਦੋਨੇ ਲੱਗਦੀਆਂ ਨੇ, ਦੋਨਾਂ ਨੂੰ ਪਾਣੀ ਦੀ ਜਿਹੜੀ ਵੱਡੀ ਲੋੜ ਰਹਿੰਦੀ ਹੈ, ਤੇ ਸਰਕਾਰ ਨੇ ਸ਼ਡਿਊਲ ਇਸ ਕਰਕੇ ਬਣਾਇਆ ਕਿ ਕਿਤੇ ਨਾ ਕਿਤੇ ਪਾਣੀ ਨੂੰ ਜਿਹੜਾ ਬਚਾਇਆ ਜਾ ਸਕੇ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ? ਦੇਖੋ, ਇੱਕ ਚੀਜ਼ ਬਹੁਤ ਕਲੀਅਰ ਕੱਟ ਕਹਿਣਾ ਚਾਹੁੰਦਾ, ਝੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ਹੈ। ਝੋਨਾ ਹਰੇ ਇਨਕਲਾਬ ਦੀ ਜਿਹੜੀ ਮੰਡੀ ਲਈ ਪੈਦਾਵਾਰ ਕਰਨ ਦਾ ਜਿਹੜਾ ਸਾਰਾ ਮਾਡਲ ਆਇਆ, ਵਿਕਾਸ ਦਾ ਮਾਡਲ ਆਇਆ, ਜਿਹਦੇ 'ਚ ਵੱਧ ਰਸਾਇਣਾਂ ਦੀ ਵਰਤੋਂ ਸੀ, ਵੱਧ ਪਾਣੀ ਦੀ ਵਰਤੋਂ 'ਤੇ ਟਿਕਿਆ ਹੋਇਆ ਸੀ, ਉਹਦਾ ਇਹ ਜਿਹੜਾ ਸਿੱਟਾ ਆ ਹੁਣ ਪੰਜਾਬ ਭੁਗਤ ਰਿਹਾ। ਸਾਡਾ ਪਾਣੀ ਇਸ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਖਾਧਾ ਆ, ਜਿਹਦੇ 'ਚੋਂ ਝੋਨੇ ਵਰਗੀ ਫਸਲ ਆਈ ਜਿਹੜੀ ਵੱਧ ਪਾਣੀ ਲੈਂਦੀ ਸੀ। ਔਰ ਇਸ ਦੇ ਉੱਪਰ ਜੇ ਅੱਜ ਅਸੀਂ ਕਹੀਏ ਵੀ ਪਾਣੀ ਬਚਾਉਣਾ, ਤਾਂ ਸਾਨੂੰ ਦੋਹਰੇ ਤੀਰੇ ਪੱਧਰ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਇੱਕ ਤਾਂ ਝੋਨੇ ਹੇਠੋਂ ਰਕਬਾ ਕੱਢਿਆ ਜਾਣਾ ਚਾਹੀਦਾ। ਹੁਣ ਝੋਨੇ ਨੂੰ ਸਰਕਾਰ ਸ਼ਡਿਊਲ 'ਚ ਬੰਨ੍ਹ ਰਹੀ ਹੈ, ਪਾਣੀ ਤਾਂ ਉਨਾ ਹੀ ਲੱਗਣਾ। ਸਵਾਲ ਤਾਂ ਇਹ ਹੈ ਕਿ ਵੀ ਧਰਤੀ ਹੇਠੋਂ ਪਾਣੀ ਨੂੰ ਕਿਵੇਂ ਬਚਾਇਆ ਜਾਵੇ। ਉਹਦੇ ਲਈ ਉਹ ਫਸਲਾਂ ਲਿਆਂਦੀਆਂ ਜਾਣ ਜਿਨ੍ਹਾਂ 'ਤੇ ਪਾਣੀ ਘੱਟ ਲੱਗਦਾ ਹੋਵੇ ਔਰ ਉਹਨਾਂ ਦੀ ਲਾਹੇਵੰਦੇ ਭਾਅ ਮਿਲ ਜਾਣ। ਠੀਕ। ਸਭ ਤੋਂ ਰਮਿੰਦਰ ਜੀ ਗੱਲ ਕਰਦੇ ਹਾਂ, 16 ਕਿਸਾਨ ਜਥੇਬੰਦੀਆਂ ਤਾਂ ਜਿਹੜੀਆਂ ਉਸ ਤੋਂ ਬਾਅਦ ਮੀਟਿੰਗ ਹੁੰਦੀ ਹੈ ਜਦੋਂ ਇਹ ਰੱਦ ਕੀਤਾ ਜਾਂਦਾ, ਜਿਹੜਾ ਸ਼ਡਿਊਲ ਰੱਦ ਕੀਤਾ ਜਾਂਦਾ, ਉਸ ਤੋਂ ਬਾਅਦ ਇੱਕ ਮੀਟਿੰਗ ਜਿਹੜੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨਾਲ ਹੁੰਦੀ ਆ, ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਐਲਾਨ ਕਰਦੀਆਂ ਨੇ ਕਿ 17 ਤਰੀਕ ਨੂੰ ਅਸੀਂ ਜਿਹੜੀ ਹੈ ਇੱਕ ਵੱਡਾ ਸੰਘਰਸ਼ ਜਿਹੜਾ ਚੰਡੀਗੜ੍ਹ ਦੇ ਵਿੱਚ ਕਰਾਂਗੇ, ਤੇ ਗੁਰਾਹਾਂ ਜਥੇਬੰਦੀ ਕਹਿ ਰਹੀ ਹੈ ਕਿ ਅਸੀਂ ਇਸ ਧਰਨੇ ਦਾ, ਇਸ ਸੰਘਰਸ਼ ਦਾ ਅਸੀਂ ਸਮਰਥਨ ਨਹੀਂ ਕਰਦੇ। ਦੇਖੋ, ਇਹ ਮੈਂ ਤੁਹਾਨੂੰ ਸੰਯੁਕਤ ਕਿਸਾਨ ਮੋਰਚੇ 'ਚ 16 ਦਾ ਗਰੁੱਪ ਉਹਦੀ ਏਕਤਾ ਕਰਾਉਣ ਲਈ ਯਤਨਸ਼ੀਲ ਹੈ। ਅੱਜ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਲਗਭਗ 2 ਜਾਂ 3 ਥਾਈਂ ਹੈਗਾ ਆ, ਤੋ ਇਸ ਕਰਕੇ 16 ਦਾ ਗਰੁੱਪ ਤਾਂ ਉਹ ਏਕਤਾ ਲਈ ਯਤਨਸ਼ੀਲ ਕਰ ਰਿਹਾ। 17 ਦਾ ਪ੍ਰੋਗਰਾਮ ਇੱਕ ਧੜੇ ਦਾ ਪ੍ਰੋਗਰਾਮ ਹੈਗਾ ਆ, ਉਸ ਦਾ ਅਸੀਂ ਵੀ ਹਾਲੇ ਪਾਰਟ ਨਹੀਂ ਹੈਗੇ। ਤੋ ਸਵਾਲ ਤਾਂ ਇਹ ਹੈ ਕਿ ਜਿਹੜਾ ਸ਼ਡਿਊਲ ਜਾਰੀ ਹੋਇਆ ਆ, ਜੇ ਸ਼ਡਿਊਲ ਦਾ ਵੀ ਦੇਖ ਲਈਏ ਤਾਂ ਤਰਕਸੰਗਤ ਬਿਲਕੁਲ ਨਹੀਂ ਹੈਗਾ। ਹੁਣ ਮੁਕਤਸਰ ਦੇ ਵਿੱਚ ਇਲਾਕੇ 'ਚ ਸੇਮ ਆ, ਉਹ ਪਿੱਛੇ ਪਾਤਾ, ਉਹ ਤਾਂ ਚਾਹੇ ਝੋਨਾ ਹੁਣ ਲਾ ਲਓ, ਉੱਥੇ ਤਾਂ ਕੋਈ ਰੌਲਾ ਹੀ ਨਹੀਂ। ਤੋ ਜਿਸ ਬੰਦੇ ਨੇ ਵੀ ਇਹ ਬਣਾਇਆ ਆ, ਡਾਰਕ ਜ਼ੋਨ ਨੇ ਉਹ ਪਹਿਲਾਂ ਪਾਤੇ, ਜਿਸ ਬੰਦੇ ਨੇ ਵੀ ਬਣਾਇਆ ਤਾਂ ਸਾਫ਼ ਹੈ ਕਿ ਉਹ ਪੰਜਾਬ ਦਾ ਨਹੀਂ ਹੈਗਾ, ਉਹਨੂੰ ਪੰਜਾਬ ਦੇ ਧਰਾਤਲ ਦੀ ਕੋਈ ਸਮਝ ਨਹੀਂ ਹੈਗੀ। ਔਰ ਅਕਸਰ ਇਹ ਕਿਹਾ ਜਾ ਰਿਹਾ ਕਿ ਅੱਜ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਇਹ ਅਫਸਰਸ਼ਾਹੀ ਚਲਾ ਰਹੀ ਹੈ ਔਰ ਇਸ ਨੂੰ ਡਾਇਰੈਕਸ਼ਨ ਕੇਜਰੀਵਾਲ ਦੇ ਰਿਹਾ ਆ। ਪੰਜਾਬ ਦੀ ਜਿਹੜੀ ਇਹ ਕੈਬਨਿਟ ਹੈ ਉਹ ਉਸ ਹਿਸਾਬ ਨਾਲ ਉਹਦੀ ਪੁੱਛ ਪ੍ਰਤੀਤ ਹੈ ਜਿਹੜੀ ਉਹ ਨਹੀਂ ਹੈਗੀ, ਐਮਐਲਏਆਂ ਦੀ ਉਸ ਹਿਸਾਬ ਨਾਲ ਪੁੱਛ ਪ੍ਰਤੀਤ ਨਹੀਂ ਹੈਗੀ। ਇਸ ਦਾ ਨੁਕਸਾਨ ਕੀ ਹੋ ਰਿਹਾ, ਜਿਹੜਾ ਤਰਕਹੀਣ ਜਿਹੜਾ ਇੱਕ ਸ਼ਡਿਊਲ ਜਾਰੀ ਹੋ ਗਿਆ, ਔਰ ਉਸ 'ਚ ਅਸੀਂ ਇਹ ਕਿਹਾ ਕਿਉਂਕਿ ਉਦੋਂ ਤੱਕ ਤਾਂ ਲੋਕ ਆਪਣੀ ਜਿਨ੍ਹਾਂ ਇਲਾਕਿਆਂ 'ਚ ਮਾਲਵੇ 'ਚ ਜਿਹੜੀ ਪਨੀਰੀ ਬੀਜੀ ਹੈ ਉਹ ਤਾਂ ਬੀਜ ਲਈ ਲੋਕਾਂ ਨੇ, ਪਾਣੀ ਤਾਂ ਉੱਥੇ ਤਾਂ ਪਨੀਰੀ ਨੂੰ ਜਿਹਨੂੰ ਕਹਿ ਲਈਏ ਕਿ ਪਾਣੀ ਲੱਗ ਰਿਹਾ ਹੁਣ, ਠੀਕ ਹੈ, ਪੌਦ ਬੀਜ ਲਈ ਲੋਕਾਂ ਨੇ। ਹੁਣ ਉਹ ਬੀਜ ਦਾ ਕੀ ਬਣੂਗਾ? ਸਰਕਾਰ ਤਾਂ ਬਹੁਤ ਲੇਟ ਹੈ ਜੀ ਇਸ ਮਾਮਲੇ ਦੇ ਵਿੱਚ। ਹਾਂ, ਜਿਨ੍ਹਾਂ ਇਲਾਕਿਆਂ 'ਚ 26 ਲਾਉਣੀ ਆ ਲੋਕਾਂ ਨੇ, ਉਸ ਦਾ ਸਵਾਲ ਹੈ, ਕਈ ਥਾਵਾਂ 'ਤੇ ਲੋਕਾਂ ਨੇ ਮੂੰਗੀ ਲਾਈ ਆ, ਸਰਕਾਰ ਉਹ ਮੂੰਗੀ ਦੀ ਖਰੀਦ ਦੀ ਗਰੰਟੀ ਕਰੇ ਪਰ ਲਾਹੇਵੰਦਾ ਭਾਅ ਦੇ ਕੇ ਲੋਕ ਫਿਰ ਮੂੰਗੀ ਲਾ ਲੈਣਗੇ ਦੁਬਾਰਾ ਤੋਂ, ਫਿਰ ਨਹੀਂ ਬੀਜਣਗੇ ਝੋਨਾ। ਸਵਾਲ ਤਾਂ ਝੋਨੇ 'ਚੋਂ ਨਿਕਲਣ ਦਾ। ਸਰਕਾਰ ਦਾ ਜਿਹੜਾ ਇਹ ਸ਼ਡਿਊਲ ਹੈ ਇਹ ਸਿਰਫ ਜਿਹਨੂੰ ਕਹਿ ਲਈਏ ਕਿ ਲੋਕਾਂ ਨੂੰ ਦਿਖਾਉਣ ਲਈ ਮੈਨੇਜਮੈਂਟ ਹੈ, ਜ਼ਮੀਨੀ ਹਕੀਕਤਾਂ ਤੋਂ ਬਹੁਤ ਪਰਾਂ ਆ ਇਹ। ਅਸੀਂ ਵਾਕਈ ਪੰਜਾਬ ਦੀ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ, ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਹਾਂ ਔਰ ਕੁਦਰਤ ਪੱਖੀ ਹਾਂ। ਕਈ ਲੋਕਾਂ ਨੇ ਸਵਾਲ ਕੀਤਾ ਕਿਉਂਕਿ ਨਾੜ ਨੂੰ ਵੀ, ਕੁਛ ਲੋਕ ਕਣਕ ਦੇ ਨਾੜ ਨੂੰ ਵੀ ਅੱਗ ਲਾਉਂਦੇ ਨੇ। ਸਹਿਮਤ ਨਹੀਂ ਹਾਂ ਅਸੀਂ ਇਸ ਗੱਲ ਨਾਲ, ਚਾਹੇ ਲੱਖ ਜੋ ਵੀ ਮਜਬੂਰੀ ਹੋਵੇ, ਪਰ ਇਹ ਸਹਿਮਤ ਨਹੀਂ ਹੈ ਕਿਉਂਕਿ ਵਾਤਾਵਰਨ ਦਾ ਸਵਾਲ ਇਕੱਲੇ ਸੁਸਾਇਟੀ ਦੇ ਬਾਕੀ ਹਿੱਸਿਆਂ ਦਾ ਨਹੀਂ, ਉਹ ਸਾਰੇ ਹਿੱਸਿਆਂ ਦਾ, ਉਹ ਕਿਸਾਨੀ ਦਾ ਵੀ ਸਵਾਲ ਹੈਗਾ। ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਆ। ਤੁਸੀਂ ਕਿਹਾ ਕਿ ਜਿਹੜਾ ਸ਼ਡਿਊਲ ਬਣਾਇਆ ਕਿੱਥੋਂ ਤਿਆਰ ਹੋਇਆ, ਭਾਵੇਂ ਦਿੱਲੀ ਤੋਂ ਤਿਆਰ ਹੋਇਆ ਜਾਂ ਪੰਜਾਬ ਸਰਕਾਰ ਤੋਂ ਤਿਆਰ ਹੋਇਆ, ਕਿ ਇੱਕ ਬਿਊਰੋਕ੍ਰੇਸੀ ਜਿਹੜੀ ਆ ਕਿਤੇ ਨਾ ਕਿਤੇ ਕੰਮ ਕਰ ਰਹੀ ਆ। ਕਿਸਾਨੀ ਮੁੱਦਿਆਂ ਦੇ ਉੱਤੇ ਜੇ ਗੱਲ ਕਰੀਏ ਤਾਂ ਸਰਕਾਰ ਕੀ ਲੱਗਦਾ ਕਿ ਗੰਭੀਰ ਨਹੀਂ ਹੈਗੀ, ਜਿਸ ਕਰਕੇ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਉਹ ਵਧੀਆਂ ਜਾ ਰਹੀਆਂ, ਤੇ ਇੱਕ ਜਿਹੜਾ ਤਾਲਮੇਲ ਦੀ ਜਿਹੜੀ ਘਾਟ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਜਦੋਂ ਤੋਂ ਦਿੱਲੀ ਤੋਂ ਕਿਸਾਨ ਜਿੱਤ ਕੇ ਵਾਪਸ ਆਏ ਆ, ਤੇ ਇੱਕ ਕਿਸਾਨਾਂ ਦੇ ਵਿੱਚ ਹੀ ਇੱਕ ਬੜਾ ਕਹਿ ਲਓ ਕਿ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੀ ਕਮੀ ਨਜ਼ਰ ਆ ਰਹੀ ਹੈ। ਰਾਜੇਵਾਲ ਕੁਛ ਬੋਲਦੇ ਨੇ, ਉਗਰਾਹਾਂ ਕੁਛ ਬੋਲਦਾ, ਤੇ ਇੱਧਰੋਂ ਬੂਟਾ ਸਿੰਘ ਬੁਰਜਗਿੱਲ ਹੋਰੀ ਹੋਰ ਬੋਲਦੇ ਨੇ। ਕਈ ਗੱਲਾਂ ਨੇ, ਕਿਉਂਕਿ ਕਿਸਾਨੀ ਮੁੱਦੇ ਦੇ ਉੱਤੇ ਤਾਂ ਕਿਸਾਨ ਭਾਵੇਂ ਗੱਲਾਂ ਕਰਦੇ ਨੇ, ਜਥੇਬੰਦੀਆਂ ਗੱਲ ਕਰਦੀਆਂ ਨੇ ਕਿਸਾਨੀ ਮੁੱਦੇ 'ਤੇ,
ਪਰੰਤੂ ਇੱਕ ਮਤ ਕਿਉਂ ਨਹੀਂ? ਕਿਉਂਕਿ ਜੇ ਇੱਕ ਮਤ ਹੋਣਗੀਆਂ ਤਾਂ ਹੀ ਤੁਸੀਂ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਕਰਵਾ ਸਕੋਗੇ ਕਿ ਇਸ ਗੱਲ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ, ਉਹਨੂੰ ਮੰਗੀਆਂ ਜਾਣੀਆਂ ਚਾਹੀਦੀਆਂ। ਤੇ ਇਹ ਸਮੱਸਿਆਵਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਤੇ ਸਰਕਾਰ ਇਸ ਦਾ ਫਾਇਦਾ ਉਠਾ ਰਹੀ ਹੈ। ਦੇਖੋ, ਇਹਦੇ 'ਚ ਤਿੰਨ ਸਵਾਲ ਨੇ ਤੁਹਾਡੇ ਇਕੱਠੇ। ਇੱਕ ਤਾਂ ਇਹ ਪਹਿਲਾ ਕਿ ਵੀ ਸਰਕਾਰ ਨੂੰ ਜਦੋਂ ਘੇਰ ਰਹੇ ਆ ਤਾਂ ਗੱਲ ਇਹ ਹੈ ਕਿ ਜਿਹੜਾ ਬਿਊਰੋਕ੍ਰੇਸੀ ਨੇ ਇਹ ਸਾਰਾ ਸ਼ਡਿਊਲ ਬਣਾਇਆ, ਇਹ ਟੁਕੜਿਆਂ 'ਚ ਵੰਡਿਆ ਹੋਇਆ। ਸਾਡਾ ਸਵਾਲ ਹੈ ਕਿ ਪੰਜਾਬ 'ਚ ਜੇ ਫਸਲੀ ਵਿਭਿੰਨਤਾ, ਫਸਲੀ ਚੱਕਰ ਬਦਲਣਾ ਤਾਂ ਬਦਲਵਾ ਖੇਤੀ ਮਾਡਲ ਦਾ ਕੁਐਸਚਨ ਹੈ। ਇਹਦੇ ਤੇ ਸਰਕਾਰ ਕੰਪੈਕਟ ਨੀਤੀ ਲਿਆਵੇ। ਨਹਿਰੀ ਪਾਣੀ ਦਾ ਵੀ ਵਿਵਸਥਾ ਇਹਦੇ ਨਾਲ ਜੁੜੀ ਹੋਈ ਹੈ ਔਰ ਜ਼ਮੀਨ ਹੇਠਲੇ ਪਾਣੀ ਦੀ ਵਿਵਸਥਾ ਵੀ ਇਹਦੇ ਨਾਲ ਜੁੜੀ ਹੋਈ ਹੈ। ਇਹਦੇ ਤੇ ਕੰਪੈਕਟ ਨੀਤੀ ਚਾਹੀਦੀ ਹੈ, ਉਹਦੇ ਲਈ ਵਿਚਾਰ ਕਰੇ। ਟੁਕੜਿਆਂ 'ਚ ਚੀਜ਼ ਨੂੰ ਲਾਗੂ ਕਰੋਗੇ ਤਾਂ ਉਹਦਾ ਨੁਕਸਾਨ ਹੋਊਗਾ। ਇਸ ਕਰਕੇ ਅਸੀਂ ਕਹਿੰਦੇ ਕਿ ਤਰਕਸੰਗਤ ਨਹੀਂ ਹੈ, ਜ਼ਮੀਨੀ ਹਕੀਕਤਾਂ ਤੋਂ ਪਰੇ ਹੈ। ਪਹਿਲਾ ਪੁਆਇੰਟ ਤਾਂ ਤੁਹਾਡਾ ਹੈ। ਦੂਜਾ ਸਵਾਲ ਹੈ ਕਿ ਸੰਯੁਕਤ ਕਿਸਾਨ ਮੋਰਚੇ 'ਚ ਅਲੱਗ-ਅਲੱਗ ਪੋਜੀਸ਼ਨਾਂ ਦਾ। ਜਿੱਥੋਂ ਤੱਕ ਰਾਜੇਵਾਲ ਸਾਹਿਬ ਦਾ ਸਵਾਲ ਹੈ, ਰਾਜੇਵਾਲ ਸਾਹਿਬ ਨੇ ਇੱਕ ਰਸਤਾ ਲੈ ਲਿਆ। ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਰੂਪ 'ਚ ਸਿਆਸੀ ਪਾਰੀ ਆਪਣੀ ਜਾਰੀ ਰੱਖਣ ਦਾ ਫੈਸਲਾ ਕਰ ਲਿਆ। ਉਹ ਸੰਯੁਕਤ ਕਿਸਾਨ ਮੋਰਚੇ ਦਾ ਹਾਲ ਦੀ ਘੜੀ ਹਿੱਸਾ ਨਹੀਂ ਹੈਗੇ। ਬੂਟਾ ਸਿੰਘ ਬੁਰਜਗੇਲ ਜਾਂ ਮੇਰੀ ਜਥੇਬੰਦੀ ਜਾਂ ਹਰਮੀਤ ਸਿੰਘ ਕਾਦੀਆਂ, ਇਹ 16 ਦਾ ਗਰੁੱਪ ਜਿਹੜਾ ਇਹ ਇਸ ਗੱਲ ਲਈ ਯਤਨਸ਼ੀਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਹੋਣੀ ਚਾਹੀਦੀ ਹੈ। ਇਹ ਜਿਹੜਾ ਸਾਰਾ ਅਲੱਗ-ਅਲੱਗ ਗਰੁੱਪ 'ਚ ਵੰਡਿਆ ਗਿਆ, ਇਸ ਨੂੰ ਇੱਕਮਿਕ ਕਰਕੇ ਇਕਜੁੱਟ ਯਤਨ ਨੇ ਜਿਹੜੇ ਉਹ ਲਾਏ ਜਾਣ। ਇਹਦੇ 'ਚ ਰਾਜੇਵਾਲ ਸਾਹਿਬ ਦੀ ਹਾਲੇ ਭੂਮਿਕਾ ਸੀ ਇਹ ਦੇਖਦੇ ਹਾਂ ਵੀ ਜੇ ਉਹਨਾਂ ਨੇ ਸਿਆਸੀ ਰਸਤਾ ਲੈਣਾ ਤਾਂ ਉਹਨਾਂ ਦੀ ਇੱਛਾ ਹੋਊਗੀ, ਫਿਰ ਉਹਨਾਂ ਲਈ ਕਿਸਾਨ ਲਹਿਰ 'ਚ ਯੋਗਦਾਨ ਪਾਉਣ ਦਾ ਉਸ ਤਰ੍ਹਾਂ ਦਾ ਰਸਤਾ ਨਹੀਂ ਰਹੂਗਾ। ਹਾਂ, ਭਵਿੱਖ ਕਿਸ ਤਰ੍ਹਾਂ ਸੋਚਦੇ ਨੇ ਉਹ ਸੰਯੁਕਤ ਸਮਾਜ ਮੋਰਚੇ ਤੇ ਕਿਸਾਨ ਜਥੇਬੰਦੀ ਦੇ ਰਿਸ਼ਤੇ ਨੂੰ ਕਿੱਦਾਂ ਐਡਰੈਸ ਕਰਦੇ ਨੇ, ਉਸ ਮਾਮਲੇ 'ਚ ਵਿਚਾਰਿਆ ਜਾ ਸਕਦਾ। ਪਰ 16 ਦਾ ਗਰੁੱਪ ਏਕਤਾ ਲਈ ਯਤਨਸ਼ੀਲ ਆ ਔਰ ਅਸੀਂ ਹੋਪਫੁੱਲ ਆ, ਆਸ ਉਮੀਦ ਆ ਸਾਨੂੰ ਕਿ ਛੇਤੀ ਇਹ ਏਕਤਾ ਵਾਲੇ ਪਾਸੇ ਨੂੰ ਗੱਲ ਚੜ੍ਹ ਜਾਣੀ ਹੈ ਸਿਰੇ। ਕਿਉਂਕਿ ਯੂਪੀ ਦੇ ਵਿੱਚ ਵੀ, ਹਰਿਆਣੇ 'ਚ ਵੀ, ਰਾਜਸਥਾਨ 'ਚ ਵੀ ਇੱਕ ਵੱਡਾ ਹਿੱਸਾ ਏਕਤਾ ਪੱਖੀ ਹੈਗਾ ਆ। ਜਦੋਂ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਤਾਂ ਤਿੰਨ ਧਿਰਾਂ 'ਚ ਵੰਡਿਆ ਗਿਆ ਸੀ ਸੰਯੁਕਤ ਮੋਰਚਾ। ਇੱਕ ਤੇ ਰੋ ਸੀ ਜਿਹੜੀ ਇਹ ਕਹਿੰਦੇ ਸੀ ਵੀ ਨਾ ਅਸੀਂ ਉਸ ਨਾਲ ਨਾ ਉਸ ਨਾਲ, ਏਕਤਾ ਦੇ ਯਤਨਸ਼ੀਲ ਧਿਰ ਸੀ, ਉਹਦੇ 'ਚ ਅਸੀਂ ਸ਼ਾਮਲ ਹਾਂ। ਔਰ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਇੱਕ ਵੱਡਾ ਹਿੱਸਾ ਏਕਤਾ ਦਾ ਚਾਹਵਾਨ ਹੈ। ਹੁਣ ਤਾਂ ਉਮੀਦ ਹੈ ਕਿ ਇਹ ਏਕਤਾ ਹੋਊਗੀ, ਇਕਜੁੱਟ ਯਤਨ ਲੱਗਣਗੇ। ਥੋੜਾ ਸਮਾਂ ਲੱਗ ਸਕਦਾ ਹੈਗਾ ਇਸ ਗੱਲ। MSP ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਨੇ ਕਿਹਾ ਸੀ ਕਿ ਮੈਂਬਰ ਭੇਜੋ, ਅਸੀਂ ਮੈਂਬਰ ਦੇਣ ਨੂੰ ਤਿਆਰ ਹਾਂ, ਕਮੇਟੀ ਬਣਾਉਣ ਨੂੰ ਤਿਆਰ ਹਾਂ। ਫਿਰ ਕਿੱਥੇ ਹੁਣ ਦੇਰੀ ਹੋ ਰਹੀ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਆਪਣੇ ਇਸ ਚੱਕਰ ਦੇ ਵਿੱਚ ਆਪਸੀ ਖਿੱਚੋਤਾਣ ਦੇ ਕਰਕੇ ਕਿ ਮੈਂਬਰ ਨਹੀਂ ਦੇ ਪਾ ਰਹੀਆਂ, ਜਾਂ ਕਿੱਥੇ ਰੁਕਾਵਟਾਂ ਕਿੱਥੇ ਆ ਗਈਆਂ ਹੁਣ? ਨਹੀਂ, ਇਹ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਕਲੀਅਰ ਕੀਤਾ ਹੋਇਆ। ਸਰਕਾਰ ਨਰਿੰਦਰ ਸਿੰਘ ਤੋਮਰ 2 ਵਾਰੀ ਕਹਿ ਚੁੱਕੇ ਨੇ, ਠੀਕ। ਸੰਯੁਕਤ ਕਿਸਾਨ ਮੋਰਚਾ ਆਲਰੇਡੀ ਉਹਨਾਂ ਨੂੰ ਭੇਜ ਚੁੱਕਾ ਹੈ ਕਿ ਜਿਹੜੀ ਕਮੇਟੀ ਬਣਾਉਣੀ ਹੈ ਉਹਦੇ ਟਰਮ ਆਫ ਰੈਫਰੈਂਸਸ ਕੀ ਹੋਣਗੇ, ਉਹਦਾ ਚੇਅਰਮੈਨ ਕੌਣ ਹੋਊਗਾ, ਉਹਦਾ ਟਾਈਮ ਫਰੇਮ ਕੀ ਹੋਊਗਾ, ਉਹਦੀ ਕੰਪੋਜੀਸ਼ਨ ਕੀ ਹੋਊਗੀ ਸਾਰੀ ਦੀ ਸਾਰੀ। ਔਰ ਉਸ ਦੀਆਂ ਜਿਹੜੀਆਂ ਕੋਈ ਵੀ ਫਾਈਂਡ ਜਾਂ ਜਿਹੜੀਆਂ ਵੀ ਉਹਦੀਆਂ ਸੁਜੈਸ਼ਨਸ ਹੋਣਗੀਆਂ ਉਹ ਗਵਰਨਮੈਂਟ ਤੇ ਜਿਹਨੂੰ ਕਹਿੰਦੇ ਬਾਈਂਡਿੰਗ ਹੋਣਗੀਆਂ, ਗਵਰਨਮੈਂਟ ਉਹਨਾਂ ਨੂੰ ਮੰਨਣ ਲਈ ਪਾਬੰਦ ਹੋਊਗੀ ਜਾਂ ਨਹੀਂ ਹੋਊਗੀ। ਇਹ ਸਾਰੇ ਸਵਾਲ ਉਹਨਾਂ ਨੂੰ ਭੇਜੇ ਨੇ। ਜਿੱਦਣ ਗਵਰਨਮੈਂਟ ਇਹ ਕਲੀਅਰ ਕਰ ਦੂਗੀ ਉਸ ਹਿਸਾਬ ਨਾਲ ਸੋਚ ਲਾਂਗੇ। ਸਾਨੂੰ ਮੈਂਬਰ ਦੇਣ 'ਚ ਕੋਈ ਹਰਜ ਨਹੀਂ ਆ, ਸਾਰੇ ਕੁਝ ਸੋਚਿਆ ਹੋਇਆ ਔਰ ਇਹ ਹੱਲ ਨਿਕਲੇ ਆਉਣਾ ਹੈ। ਹੁਣ ਸਰਕਾਰ ਨੂੰ ਘੇਰਨ ਲਈ ਕਿੱਦਾਂ ਦੀ ਜਿਹੜੀ ਰਣਨੀਤੀ ਜਿਹੜੀ ਆ ਕਿਸਾਨ ਤਿਆਰ ਕਰ ਰਹੇ ਆ, ਜਿਹੜੀ ਜਥੇਬੰਦੀਆਂ ਦੀ ਕਿੱਦਾਂ ਦੀ ਰਣਨੀਤੀ ਆ? ਕੀ ਹੁਣ ਸਿਰਫ ਸ਼ਡਿਊਲ ਨੂੰ ਲੈ ਕੇ ਹੀ ਹੈ ਜਾਂ ਹੋਰ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਨਾਲ ਜੁੜੀਆਂ ਹੋਈਆਂ? ਦੇਖੋ, ਅਸੀਂ ਪੰਜਾਬ ਸਰਕਾਰ ਨੂੰ ਜਿਹੜੇ ਹੁਣ 9 ਤਰੀਕ ਨੂੰ ਸਾਰੇ MLA ਨੂੰ ਮੰਗ ਪੱਤਰ ਦਿੱਤੇ ਨੇ, ਉਹਦੇ 'ਚ ਸਾਰੇ ਪਹਿਲੂਆਂ ਨੂੰ ਕਵਰ ਕੀਤਾ। ਅਸੀਂ ਪੰਜਾਬ ਦੇ ਬਦਲਵੇਂ ਖੇਤੀ ਮਾਡਲ ਦੇ ਸਵਾਲ ਨੂੰ ਵੀ ਕਵਰ ਕੀਤਾ, ਜਿਹੜਾ ਕੁਦਰਤ ਪੱਖੀ ਹੋਏਗਾ, ਵਾਤਾਵਰਣ ਪੱਖੀ ਹੋਏਗਾ ਤੇ ਪਾਣੀ ਦੇ ਬਚਾਅ ਵਾਲਾ ਹੋਏਗਾ। ਉਸ ਦਾ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰ ਉਸ ਦਿਸ਼ਾ 'ਚ ਕਦਮ ਪੁੱਟੇ, ਬਦਲਵੀਆਂ ਫਸਲਾਂ ਲਿਆਵੇ, ਜਿਵੇਂ ਦਾਲਾਂ, ਜਿਹਦੇ 'ਚ ਖਾਸ ਕਰਕੇ ਮੂੰਗੀ ਤਾਂ ਲੋਕਾਂ ਨੇ ਇਸ ਵਾਰੀ ਬੀਜੀ ਹੈ, ਮੱਕੀ, ਇਹਨਾਂ ਦਾ ਲਾਹੇਵੰਦਾ ਭਾਅ ਦੇਵੇ ਤੇ ਸਰਕਾਰੀ ਖਰੀਦ ਦੀ ਗਾਰੰਟੀ ਕਰੇ। ਨਹਿਰੀ ਪਾਣੀ ਦੇ ਵਿਸਥਾਰ ਦੀ ਗੱਲ ਅਸੀਂ ਰੱਖੀ ਹੈਗੀ ਹੈ। ਦਰਿਆਵਾਂ ਦਾ ਜਿਹੜਾ ਜ਼ਹਿਰੀਲਾ ਪਾਣੀ ਨਹਿਰਾਂ 'ਚ ਆ ਰਿਹਾ, ਤਾਂ ਦਰਿਆਵਾਂ 'ਚ ਜ਼ਹਿਰੀਲਾ ਪਾਣੀ ਨਾ ਗਿਰੇ ਉਹਦੇ ਲਈ ਇੰਡਸਟਰੀ ਤੇ ਜਿਸ ਤਰ੍ਹਾਂ ਦੇ ਟਰੀਟਮੈਂਟ ਪਲਾਂਟ ਜਾਂ ਹੋਰ ਚੀਜ਼ਾਂ ਲਾਉਣ ਦੀ ਜ਼ਰੂਰਤ ਹੈਗੀ ਹੈ ਤਾਂ ਜੋ ਪਾਣੀ ਠੀਕ ਹੋ ਕੇ ਆਵੇ, ਉਸ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੈ। ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਸਾਨੇ ਸੁਝਾਅ ਵੀ ਦਿੱਤਾ ਸਰਕਾਰ ਨੂੰ। ਇਹਦੇ ਤੇ ਤਾਂ ਓਵਰਆਲ ਨੀਤੀ ਚਾਹੀਦੀ ਹੈ। ਜੇ ਮੰਗਣਗੇ ਤਾਂ 2-3 ਸੁਝਾਅ ਅਸੀਂ ਹੋਰ ਵੀ ਦੇ ਸਕਦੇ। ਇੱਕ ਸੁਝਾਅ ਤਾਂ ਅਸੀਂ ਮੰਗ ਪੱਤਰ 'ਚ ਹੀ ਪਾਇਆ ਕਿ ਜਿੰਨੇ ਮੋਗੇ ਨੇ ਸੂਇਆਂ ਦੇ ਉੱਪਰ, ਰਜਬਾਹੇ, ਕੱਸੀਆਂ ਦੇ ਉੱਪਰ ਜਿੰਨੇ ਮੋਗੇ ਪੈਂਦੇ ਨੇ, ਉਹਨਾਂ ਦੇ ਉੱਪਰ ਰੀਚਾਰਜ ਬੋਰ ਬਣਾਏ ਜਾਣ ਤਾਂ ਜੋ ਉਹ ਅੱਗੇ ਜਾਣ। ਸਰਕਾਰ ਬੈਠੇ, ਟੇਬਲ ਤੇ ਬੈਠੇ ਤਾਂ ਹੋਰ ਸੁਝਾਅ ਵੀ ਦੇ ਸਕਦੇ ਹੈਗੇ ਆ ਵੀ ਕਿਸ ਤਰ੍ਹਾਂ ਇਹ ਜ਼ਮੀਨ ਹੇਠਲਾ ਪਾਣੀ ਹੈ ਜਿਹੜਾ ਉਹ ਬਚਾਇਆ ਜਾ ਸਕਦਾ ਹੈਗਾ ਜਾਂ ਉਹਨੂੰ ਰੀਚਾਰਜ ਕਰਨ ਵਾਲੇ ਪਾਸੇ ਨੂੰ ਚੀਜ਼ ਜਾ ਸਕਦੀ ਹੈ। ਇੱਕ ਸੁਜੈਸ਼ਨ ਮੇਰਾ ਇਹ ਵੀ ਹੈਗਾ ਕਿ ਜਿੰਨੇ ਉਸਾਰੀ ਹੁੰਦੀ ਹੈ ਘਰਾਂ ਦੀ,
ਇਹਨਾਂ ਘਰਾਂ ਲਈ ਇੱਕ ਲਾਜ਼ਮੀ ਸ਼ਰਤ ਬਣਾ ਦਿੱਤੀ ਜਾਵੇ, ਚਾਹੇ ਸ਼ਹਿਰ ਹੈ ਚਾਹੇ ਪਿੰਡ ਹੈ, ਕਿ ਉਹਨੂੰ ਜਿਹੜਾ ਮੀਂਹ ਦਾ ਪਾਣੀ ਹੈ ਉਹ ਧਰਤੀ ਹੇਠ ਲੈ ਕੇ ਜਾਣ ਦਾ ਵਿਵਸਥਾ ਬਣਾਉਣੀ ਪਊਗੀ। ਜਿੰਨੇ ਸ਼ਾਪਿੰਗ ਮਾਲ ਨੇ, ਜਿੰਨੇ ਵੱਡੇ ਵੱਡੇ ਇਹ ਮਾਲ ਖੁੱਲ੍ਹੇ ਹੋਏ ਨੇ, ਉਹਨਾਂ ਦੇ ਵਿੱਚ ਵੀ ਇਹ ਵਿਵਸਥਾ ਕਰਨ ਦੀ ਲੋੜ ਆ ਕਿ ਮੀਂਹ ਦਾ ਪਾਣੀ ਸਾਰਾ ਸੰਭਾਲਣ ਔਰ ਉਹਨੂੰ ਟਰੀਟ ਕਰਕੇ ਟਰੀਟਮੈਂਟ ਪਲਾਂਟ ਲਾ ਕੇ ਉਸ ਨੂੰ ਵਰਤੋਂਯੋਗ ਦੁਬਾਰਾ ਤੋਂ ਬਣਾਉਣ, ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਵੱਧ ਤੋਂ ਵੱਧ ਬਚਤ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੋਵੇ। ਨਹਿਰਾਂ ਦਾ ਨਵਾਂ ਵਿਸਥਾਰ ਹੋਊਗਾ, ਕੱਸੀਆਂ ਰਜਵਾਹਿਆਂ ਨੂੰ ਜੇ ਜਾਲ ਜ਼ਿਆਦਾ ਵਿਛਾਇਆ ਜਾਊਗਾ ਤਾਂ ਜਿਹੜਾ ਪਾਣੀ ਦਰਿਆਵਾਂ ਦਾ ਬਿਨਾਂ ਵਰਤੇ ਜਾ ਰਿਹਾ ਹੈਗਾ, ਅਸੀਂ ਉਹਨੂੰ ਵੀ ਵਰਤੋਂ ਦੀ ਪੋਜੀਸ਼ਨ 'ਚ ਲਿਆ ਸਕਦੇ ਹੈਗੇ ਆ। ਔਰ ਖੇਤੀ ਦੇ ਜਿਹੜਾ ਰਕਬਾ ਹੈ, ਸਿੰਜਾਈ ਹੈ ਜਿਹੜੀ ਨਹਿਰੀ ਪਾਣੀ ਦੇ 10% ਤੋਂ ਵੀ ਘੱਟ ਹੈ ਪੰਜਾਬ ਦੇ ਵਿੱਚ, 6 ਦੇ ਕਰੀਬ ਹੈ। ਤਾਂ ਉਸ ਰਕਬੇ ਦਾ ਵਾਧਾ ਕਰਨ ਦੀ ਜ਼ਰੂਰਤ ਹੈਗੀ ਹੈ ਵੀ ਤਾਂ ਜੋ ਨਹਿਰੀ ਪਾਣੀ ਦਾ ਜਿਹੜਾ ਸਿੰਜਾਈ ਹੈ ਉਹਦਾ ਰਕਬਾ ਵੱਧ ਸਕੇ। ਇਹ ਸਾਰੀਆਂ ਗੱਲਾਂ ਅਸੀਂ ਆਪਣੇ ਮੰਗ ਪੱਤਰ 'ਚ ਪਾਈਆਂ ਨੇ। ਅਸੀਂ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਸਵਾਲ ਵੀ ਪਾਇਆ। ਨੈਸ਼ਨਲ ਹਾਈਵੇ, ਸਟੇਟ ਹਾਈਵੇ ਬਣ ਰਹੇ ਨੇ, ਉਸ ਨਾਲ ਕਿਸਾਨਾਂ ਦਾ ਬਹੁਤ ਸਾਰਾ ਜਿਹੜਾ ਆ ਸਾਂਝੀਆਂ ਖੇਵਟਾਂ ਹੋਣ ਕਰਕੇ, ਮੁਸ਼ਤਰਕੇ ਖਾਤੇ ਸਾਂਝੇ ਹੋਣ ਕਰਕੇ ਕਾਬਜ਼ਕਾਰ ਨੂੰ ਮੁਆਵਜ਼ਾ ਨਹੀਂ ਮਿਲਦਾ, ਦੂਜੇ ਨੂੰ ਮਿਲ ਜਾਂਦਾ, ਝਗੜੇ ਹੁੰਦੇ ਨੇ। ਤਾਂ ਉਹਦੇ ਲਈ ਤਕਸੀਮ ਕਰਕੇ ਜਿੱਥੇ ਕੋਈ ਇੱਦਾਂ ਦਾ ਨਿਕਲਣਾ ਹੈ ਤਾਂ ਸਹੀ ਬੰਦਿਆਂ ਨੂੰ ਇਹ ਮੁਆਵਜ਼ਾ ਮਿਲੇ। ਜਿਹੜੇ ਹਾਈਵੇ ਬਣਨੇ ਨੇ ਉਹ ਮੀਂਹ ਦੇ ਕੁਦਰਤੀ ਵਹਾਅ ਨੂੰ ਅੜਿੱਕਾ ਨਾ ਬਣਨ, ਉਹਦੇ ਕਰਕੇ ਪੁਲੀਆਂ ਲਾਈਆਂ ਜਾਣ ਜਾਂ ਪਿੰਡਾਂ ਦੀ ਵਸੋਂ ਨਾ ਦੋ ਹਿੱਸਿਆਂ 'ਚ ਹੋ ਜੇ, ਓਵਰ ਬ੍ਰਿਜ ਬਣਾਏ ਜਾਣ। ਤਾਂ ਇੱਕ 10-12 ਮੰਗਾਂ ਦਾ, ਅਵਾਰਾ ਡੰਗਰਾਂ ਦੇ ਸਵਾਲ ਦੇ ਉੱਪਰ, ਈਵਨ ਫਸਲਾਂ ਦੇ ਖਰਾਬੇ ਦੇ ਸਵਾਲ ਦੇ ਉੱਪਰ ਮੁਆਵਜ਼ੇ ਦੀ ਮੰਗ ਕੀਤੀ ਹੈ। ਤਾਂ ਇਹ 10-12 ਮੰਗਾਂ ਦਾ ਅਸੀਂ ਆਪਣਾ ਮੰਗ ਪੱਤਰ ਸਰਕਾਰ ਨੂੰ ਭੇਜਿਆ। ਜੇ ਵਾਕਈ ਪੰਜਾਬ ਸਰਕਾਰ ਗੰਭੀਰ ਆ ਤਾਂ ਪੰਜਾਬ ਸਰਕਾਰ ਜੇ ਫਸਲੀ ਵਿਭਿੰਨਤਾ ਤੇ ਇਸ ਦੇ ਉੱਪਰ ਕੰਮ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਜਥੇਬੰਦੀਆਂ ਨਾਲ ਤੇ ਖੇਤੀ ਮਾਹਿਰਾਂ ਨਾਲ ਬੈਠ ਕੇ ਇਕਜੁੱਟ ਨੀਤੀ ਲਿਆਉਣੀ ਚਾਹੀਦੀ ਹੈ। ਟੁਕੜਿਆਂ ਵਾਲੀ ਨੀਤੀ ਨੁਕਸਾਨ ਕਰੂਗੀ। ਅੱਗੇ ਹੀ ਇਸ ਵਾਰੀ ਝਾੜ ਘੱਟ ਨਿਕਲਣ ਕਰਕੇ ਨੁਕਸਾਨ ਹੋਇਆ, ਟੁੱਟੀ ਹੋਈ ਹੈ ਕਿਸਾਨੀ। ਕਿਸ਼ਤਾਂ ਹੈ ਜਿਹੜੀਆਂ ਕਰਜ਼ੇ ਦੀਆਂ ਉਹ 6 ਮਹੀਨੇ ਅੱਗੇ ਪਾਉਣੀਆਂ ਚਾਹੀਦੀਆਂ ਨੇ, ਵਿਆਜ ਮਾਫ ਕਰਨਾ ਚਾਹੀਦਾ। ਇਹ ਉਹ ਰਾਹਤਾਂ ਨੇ ਜਿਹੜੀਆਂ ਇਮੀਡੀਏਟ ਚਾਹੀਦੀਆਂ ਹੈਗੀਆਂ ਨੇ। ਤੇ ਜਦੋਂ ਮਾਡਲ ਦਾ ਸਵਾਲ ਆਉਣਾ ਤਾਂ ਇਹ ਇੱਕ ਪੂਰੇ ਦਾ ਪੂਰਾ ਬੱਝਵੇਂ ਰੂਪ 'ਚ ਲਿਆਉਣ ਦੀ ਜ਼ਰੂਰਤ ਹੈਗੀ ਹੈ। ਇਹ ਸਰਕਾਰ ਹਾਲੇ ਇਸ ਪਾਸੇ ਨੂੰ ਕਦਮ ਨਹੀਂ ਪੁੱਟ ਰਹੀ, ਟੁਕੜਿਆਂ 'ਚ ਚੱਲ ਰਹੀ ਹੈ। ਇੱਛਾ ਹੈਗੀ ਹੈ ਜੇ ਉਹਨਾਂ ਦੀ, ਜੇ ਮੰਨ ਲਓ ਕਿ ਕਹਿੰਦੇ ਨੇ ਵੀ ਇੱਛਾ ਹੈਗੀ ਹੈ ਤਾਂ ਫਿਰ ਸਲਾਹ ਮਸ਼ਵਰਾ ਕਰਕੇ ਲਾਗੂ ਕਰਨ ਨਾਲ ਹਰਜ ਕੋਈ ਨਹੀਂ। ਈਵਨ ਸਰਕਾਰ ਨੂੰ ਤਾਂ ਇਸ ਮਾਮਲੇ 'ਚ ਹੋਰ ਵੀ ਜਿਹੜੇ ਲੋਕ, ਬਹੁਤ ਸਾਰੇ ਲੋਕ ਨੇ ਜਿਹੜੇ ਕੁਦਰਤੀ ਖੇਤੀ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ, ਉਤਸ਼ਾਹਜਨਕ ਜਾਂ ਨਵੇਂ ਤਜਰਬੇ ਕਰਦੇ ਨੇ ਖੇਤੀ ਦੇ ਵਿੱਚ, ਉਹਨਾਂ ਕਿਸਾਨਾਂ ਦੀ ਵੀ ਰਾਏ ਲੈਣੀ ਚਾਹੀਦੀ ਹੈ ਜਾਂ ਹੋਰ ਹੈ। ਤਾਂ ਸਾਰਾ ਕੁੱਲ ਮਿਲਾ ਕੇ ਜੇ ਚੀਜ਼ਾਂ ਦੀ ਰਾਏ ਆਊਗੀ, ਉਸ 'ਚ ਇੱਕ ਬੱਝਵੀਂ ਨੀਤੀ ਆਊਗੀ ਤੇ ਬਦਲਵਾਂ ਖੇਤੀ ਮਾਡਲ ਆਊਗਾ, ਇਹ ਪੰਜਾਬ ਦੇ ਲਈ ਜਿਹੜਾ ਲਾਹੇਵੰਦਾ ਹੋਊਗਾ। ਝੋਨਾ ਪੰਜਾਬ 'ਚੋਂ ਖਤਮ ਕਰਨਾ ਪੈਣਾ, ਝੋਨੇ ਹੇਠੋਂ ਰਕਬਾ ਕੱਢਣਾ ਪੈਣਾ ਆ, ਪਾਣੀ ਤਾਂ ਬਚਣਾ ਆ, ਵਾਤਾਵਰਨ ਤਾਂ ਬਚਣਾ। ਕਿਉਂਕਿ ਜਿਸ ਹਿਸਾਬ ਨਾਲ ਸਰਕਾਰ ਨੇ ਸ਼ਡਿਊਲ ਦਿੱਤਾ, ਜਦੋਂ ਜਾ ਕੇ ਉਹਦੀ ਵਾਢੀ ਆਉਣੀ ਹੈ ਤੇ ਮੋਇਸਚਰ ਹੋ ਜਾਣਾ ਤੇ ਕਣਕ ਬੀਜਣੀ ਹੈ ਤਾਂ ਮਜਬੂਰੀ ਹੈ, ਫਿਰ ਲੋਕ ਫਿਰ ਉਹੀ ਪਰਾਲੀ ਨੂੰ ਅੱਗ ਲੱਗੂਗੀ ਤੇ ਮੋਇਸਚਰ ਹੋਣ ਕਰਕੇ ਉਹ ਧੂੰਆਂ ਜ਼ਿਆਦਾ ਸੰਘਣਾ ਹੋਊਗਾ। ਫਿਰ ਦਿੱਲੀ ਵਾਲਿਆਂ ਨੇ ਕਹਿਣਾ ਕਿ ਸਾਡੇ ਕੰਨੀ ਧੂੰਆਂ ਆ ਗਿਆ। ਤਾਂ ਇਹ ਓਵਰਆਲ ਸਵਾਲ ਹੈ। ਤੁਸੀਂ ਰਾਹਤ ਵੀ ਦੇਣੀ ਹੈ ਲੋਕਾਂ ਨੂੰ ਤੇ ਤੁਸੀਂ ਲੋਕਾਂ ਨੂੰ ਬਦਲਵੇਂ ਮਾਡਲ ਵਾਲੇ ਪਾਸੇ ਵੀ ਲੈ ਕੇ ਜਾਣਾ। ਇਹ ਕੰਮ ਸਰਕਾਰਾਂ ਦਾ ਆ। ਅਸੀਂ ਇਸ 'ਚ ਜੇ ਸਰਕਾਰ ਕਦਮ ਪੁੱਟੂਗੀ ਤਾਂ ਹਮੇਸ਼ਾ ਸਹਿਯੋਗ ਕਰਾਂਗੇ। ਇਹ ਭਗਵੰਤ ਮਾਨ ਸਰਕਾਰ ਦਾ ਜਿਹੜੀ ਪਰਖ ਦਾ ਸਮਾਂ ਆ ਕਿ ਵਾਕਈ ਉਹ ਗੰਭੀਰਤਾ ਨਾਲ ਇਹ ਗੱਲ ਕਰ ਰਹੀ ਹੈ। ਗੰਭੀਰ ਹੋਊਗੀ ਤਾਂ ਚੀਜ਼ਾਂ ਤੇ ਵਿਚਾਰ ਕਰੂਗੀ, ਨਹੀਂ ਗੰਭੀਰ ਹੋਊਗੀ ਤਾਂ ਫਿਰ ਝੰਡੇ 'ਚ ਡੰਡਾ ਤਾਂ ਹੈਗਾ ਹੀ ਹੈ। ਸਾਡੇ ਕੋਲੇ ਹੋਰ ਕੋਈ ਹੱਲ ਨਹੀਂ। ਜਿਨ੍ਹਾਂ ਨੇ ਪਨੀਰੀ ਬੀਜ ਲਈ ਉਹ ਹੁਣ 18 ਜੂਨ ਨਹੀਂ ਉਡੀਕਣਗੇ, ਉਹ ਤਾਂ ਵੀਰ ਲਾਉਣਗੇ। ਨੁਕਸਾਨ ਪਹਿਲਾਂ ਹੀ ਹੋਇਆ ਆ ਕਣਕ ਦੇ ਝਾੜ ਘਟਣ ਕਰਕੇ। ਸਰਕਾਰ ਨੂੰ ਇਹ ਸਾਰੀਆਂ ਗੱਲਾਂ ਨੂੰ ਜ਼ਮੀਨੀ ਹਕੀਕਤ ਨੂੰ ਸਮਝ ਕੇ ਹੀ ਕੋਈ ਹੱਲ ਹੈ ਜਿਹੜਾ ਉਹ ਲਿਆਉਣਾ ਚਾਹੀਦਾ। ਇਹ ਸਨ ਕਿਸਾਨ ਆਗੂ ਰਮਿੰਦਰ ਸਿੰਘ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਦੀ ਜੇ ਕੋਈ ਨੀਤੀ ਤੇ ਨੀਤ ਸਪਸ਼ਟ ਹੈ ਤਾਂ ਕਿਸਾਨ ਆਗੂਆਂ ਨਾਲ, ਜਥੇਬੰਦੀਆਂ ਨਾਲ ਅਤੇ ਖੇਤੀ ਮਾਹਰਾਂ ਨਾਲ ਚੰਗੇ ਕਦਮ ਵਧਾਉਣੇ ਚਾਹੀਦੇ ਆ। ਕਿਉਂਕਿ ਜਿਹੜਾ ਕਈ ਮਸਲੇ ਨੇ ਜਿਹੜੇ ਕਿਸਾਨੀ ਦੇ ਜਿਹੜੇ ਆ ਉਹਨਾਂ ਨੇ ਸਾਂਝੇ ਕੀਤੇ ਆ ਤੇ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਕਿ ਜੇ ਸਰਕਾਰ ਕੋਈ ਚੰਗੇ ਪੈਟਰਨ ਤੇ ਕੰਮ ਕਰਨਾ ਚਾਹੁੰਦੀ ਹੈ, ਜੇ ਵਾਕਈ ਹੀ ਉਹ ਪਿਛਲੀਆਂ ਸਰਕਾਰਾਂ ਨਾਲੋਂ ਵੱਖਰੇ ਤੌਰ ਤੇ ਕੁਝ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਜਤਾਉਂਦੀ ਹੈ ਜਾਂ ਕਰਨਾ ਚਾਹੁੰਦੀ ਹੈ, ਤਾਂ ਵਾਕਈ ਹੀ ਅਜਿਹੇ ਮਾਡਲ ਨੂੰ ਸਿਰਜਣ ਦੀ ਲੋੜ ਹੈ। ਉਹ ਤਾਂ ਹੀ ਸਿਰਜਿਆ ਜਾ ਸਕਦਾ ਹੈ ਕੋਈ ਜੇ ਚੰਗੀ ਨੀਤੀ ਤੇ ਚੰਗਾ ਕੋਈ ਪਹਿਲੂ ਹੈਗਾ, ਤਾਂ ਹੀ ਜਿਹੜੀ ਹੈ ਕਿਸਾਨੀ ਨੂੰ ਵੱਖ-ਵੱਖ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮੌਸਾ ਟੀਵੀ, ਪਟਿਆਲਾ।